ਵੈਲਕਮ ਸਟੂਡੈਂਟਸ। ਅੱਜ ਅਸੀਂ ਮਨੋਵਿਗਿਆਨ ਦਾ ਅਰਥ ਕਰਾਂਗੇ। ਜਿਹੜਾ ਇਹ ਟੌਪਿਕ ਆ ਸਾਈਕੋਲੋਜੀ ਦਾ ਮੀਨਿੰਗ ਤੁਹਾਨੂੰ ਬੀਐਡ ਸ਼ੁਰੂ ਕਰਨ ਲੱਗੇ ਫਸਟ ਸਮੈਸਟਰ ਦੇ ਵਿੱਚ ਸੈਕਿੰਡ ਕੰਪਲਸਰੀ ਪੇਪਰ ਆ ਤੁਹਾਡਾ। ਨਾਲ ਦੀ ਨਾਲ ਇਹ ਜਿਹੜਾ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਵਾਲਾ ਸਾਡਾ ਪੀ-ਟੈਟ ਦੇ ਵਿੱਚ ਤੇ ਜਾਂ ਅਸੀਂ ਕਹਿ ਲਈਏ ਸੀ-ਟੈਟ ਦੇ ਵਿੱਚ ਕੰਪੀਟੀਸ਼ਨ ਲੈਵਲ ਦੇ ਉੱਤੇ ਵੀ ਸਭ ਤੋਂ ਪਹਿਲਾ ਜਿਹੜਾ ਸਾਡਾ ਕੁਐਸਚਨ ਆ ਸਾਈਕੋਲੋਜੀ ਦਾ ਮੀਨਿੰਗ ਤੁਹਾਨੂੰ ਆਉਣਾ ਚਾਹੀਦਾ ਏ। ਮਨੋਵਿਗਿਆਨ ਕੀ ਹੁੰਦਾ ਏ, ਕਿਉਂਕਿ ਸਾਡਾ ਜਿਹੜਾ ਪੇਪਰ ਆ ਉਹ ਮਨੋਵਿਗਿਆਨ ਨਾਲ ਰਿਲੇਟਡ ਆ। ਤਾਂ ਮਨੋਵਿਗਿਆਨ ਦਾ ਅਰਥ ਆ ਜਿਹੜਾ ਤੁਹਾਨੂੰ 2-3 ਕੋਰਸਿਸ ਦੇ ਵਿੱਚ ਕੰਮ ਆਊਗਾ। ਇਸ ਲਈ ਵੀਡੀਓ ਆ ਜਿਹੜੀ ਬੜੀ ਧਿਆਨ ਨਾਲ ਡਿਟੇਲ 'ਚ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਤੁਸੀਂ ਡਿਟੇਲ 'ਚ ਹੀ ਸਮਝਣ ਦੀ ਕੋਸ਼ਿਸ਼ ਕਰਨੀ ਆ ਤਾਂ ਕਿ ਇਹ ਕਨਸੈਪਟ ਤੁਹਾਨੂੰ ਚੰਗੀ ਤਰ੍ਹਾਂ ਲਰਨ ਹੋ ਜਾਵੇ। ਤਾਂ ਜੇ ਅਸੀਂ ਪਿਛੋਕੜ ਦੀ ਝਾਤ ਮਾਰੀਏ ਮਨੋਵਿਗਿਆਨ ਦਾ ਅਰਥ ਕਰਨ ਤੋਂ ਪਹਿਲਾਂ, ਅੱਜ ਭਾਵੇਂ ਇਹ ਇੱਕ ਸੁਤੰਤਰ ਵਿਸ਼ਾ ਹੈ, ਸੈਪਰੇਟ ਡਿਸਿਪਲਿਨ ਆ ਇਹ ਯੂਨੀਵਰਸਿਟੀ ਕਾਲਜਿਸ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ 10th ਤੋਂ ਬਾਅਦ ਇਹ ਸਬਜੈਕਟ ਸ਼ੁਰੂ ਹੋ ਜਾਂਦਾ ਹੈ। ਤਾਂ ਇਹ ਸਬਜੈਕਟ ਆ ਜਿਹੜਾ ਬਹੁਤ ਇੰਪੋਰਟੈਂਟ ਆ ਔਰ ਬਹੁਤ ਹੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਇੰਟਰਸਟਿੰਗ ਆ। ਜੇ ਅਸੀਂ ਗੱਲ ਕਰੀਏ ਇਸ ਦੀ ਪਿਛੋਕੜ ਦੀ, ਤਾਂ ਇਹ ਹੁਣ ਤੱਕ ਜਿਹੜਾ ਇਸ ਦਾ ਸਫ਼ਰ ਆ ਜਾਂ ਇਹ ਇੰਨਾ ਪਪੂਲਰ ਵਿਸ਼ਾ ਕਿਵੇਂ ਬਣਿਆ ਹੈ ਇਹਦੀ ਗੱਲ ਕਰਾਂਗੇ। ਜਦੋਂ ਇਹਦੀ ਆਪਣੀ ਸੁਤੰਤਰ ਹੋਂਦ ਨਹੀਂ ਸੀਗੀ, ਮਨੋਵਿਗਿਆਨ ਵਿਸ਼ਾ ਹੋਂਦ 'ਚ ਨਹੀਂ ਆਇਆ ਸੀ, ਤਾਂ ਦਰਸ਼ਨ ਸ਼ਾਸਤਰ ਜਿਹੜਾ ਇਹ ਫਿਲਾਸਫੀ ਹੈ ਜਿਹੜੀ ਉਸ ਦੀ ਇੱਕ ਬ੍ਰਾਂਚ ਸੀ ਇਹ ਮੈਂਟਲ ਫਿਲਾਸਫੀ ਜਿਹਨੂੰ ਕਿਹਾ ਜਾਂਦਾ ਸੀ। ਤਾਂ ਸਾਈਕੋਲੋਜੀ ਹੈ ਜਿਹੜੀ ਉਹ ਫਿਲਾਸਫੀ 'ਚੋਂ ਨਿਕਲੀ ਆ। ਮਾਨਸਿਕ ਦਰਸ਼ਨ ਸ਼ਾਸਤਰ ਜਿਹੜੀ ਇਹਦੀ ਸ਼ਾਖਾ ਹੈ, ਤਾਂ ਉਸ ਦੇ ਵਿੱਚ ਮਨੋਵਿਗਿਆਨ ਦਾ ਜਿਹੜਾ ਅਧਿਐਨ ਸੀ ਸੀਮਿਤ ਰੂਪ ਵਿੱਚ ਕੀਤਾ ਜਾਂਦਾ ਸੀ। ਇਹ ਆਤਮਾ, ਮਨ ਤੇ ਦਿਮਾਗ ਨਾਲ ਜੁੜਿਆ ਹੋਇਆ ਇੱਕ ਅਧਿਐਨ ਸੀ ਜਿਹੜਾ ਆਪਣੇ ਆਪ ਵਿੱਚ ਕਾਫੀ ਰਹੱਸਮਈ ਤੇ ਅਵਿਗਿਆਨਕ ਸੀ। ਅਵਿਗਿਆਨਕ ਇਹਨੂੰ ਤਾਂ ਕਿਹਾ ਜਾਂਦਾ ਕਿਉਂਕਿ ਇਹਦਾ ਕੋਈ ਲੌਜਿਕ ਨਹੀਂ ਸੀ ਹੁੰਦਾ। ਰਹੱਸਮਈ ਤਾਂ ਕਿਹਾ ਜਾਂਦਾ ਕਿਉਂਕਿ ਇਹ ਸਾਡੇ ਕਿਉਰਿਓਸਿਟੀ ਨੂੰ ਅੱਗੇ ਦੀ ਅੱਗੇ ਵਧਾਉਂਦਾ ਸੀ। ਆਤਮਾ ਦੀਆਂ ਗੱਲਾਂ, ਪਰਮਾਤਮਾ ਦੀਆਂ ਗੱਲਾਂ, ਮਨ ਦੀਆਂ ਗੱਲਾਂ, ਦਿਮਾਗ ਦੀਆਂ ਗੱਲਾਂ, ਸਾਨੂੰ ਇਹ ਬਹੁਤ ਜ਼ਿਆਦਾ ਇੰਟਰਸਟਿੰਗ ਗੱਲਾਂ ਲੱਗਦੀਆਂ ਸੀ। ਤੇ ਨਾਲ ਦੀ ਨਾਲ ਇਹ ਕਿਉਂਕਿ ਲੌਜਿਕ ਇਹਦੇ ਵਿੱਚ ਕੋਈ ਨਹੀਂ ਸੀਗਾ, ਇਸ ਲਈ ਅਵਿਗਿਆਨਿਕ ਵਿਸ਼ਾ ਸੀਗਾ ਸ਼ੁਰੂ ਦੇ ਵਿੱਚ। ਪਰ ਜਿਵੇਂ ਜਿਵੇਂ ਅਸੀਂ ਜਿਹੜੀਆਂ ਵਿਗਿਆਨਕ ਗਤੀਵਿਧੀਆਂ ਦਾ ਪ੍ਰਭਾਵ ਆ ਜਿਹੜਾ ਸਾਡੇ 'ਤੇ ਵੱਧਦਾ ਗਿਆ, ਤਾਂ ਉਸ ਦੇ ਪ੍ਰਭਾਵ ਨਾਲ ਜਿਹੜਾ ਇਹ ਟੌਪਿਕ ਸੀਗਾ ਮਨੋਵਿਗਿਆਨ ਦਾ, ਇਹ ਕਹਿ ਲਓ ਇੱਕ ਬ੍ਰਾਂਚ ਸੀਗੀ ਜਿਹੜੀ ਫਿਲਾਸਫੀ ਦੀ, ਉਹ ਵੀ ਹੌਲੀ ਹੌਲੀ ਦਰਸ਼ਨ ਸ਼ਾਸਤਰ ਤੋਂ, ਫਿਲਾਸਫੀ ਤੋਂ ਆਪਣਾ ਚੋਲਾ ਤਿਆਗ ਕੇ ਅਲੱਗ ਤੋਂ ਇੱਕ ਸੈਪਰੇਟ ਜਿਹੜਾ ਇਹ ਹੋ ਗਿਆ, ਉਸ ਤੋਂ ਅਲੱਗ ਤੋਂ ਬ੍ਰਾਂਚ ਹੈ ਜਿਹੜੀ ਹੋਣ ਤੋਂ ਬਾਅਦ ਇਹਨੇ ਆਪਣਾ ਇੱਕ ਅਲੱਗ ਤੋਂ ਰੂਪ ਧਾਰਨ ਕਰ ਲਿਆ। ਇਹ ਕਹਿ ਸਕਦੇ ਹਾਂ ਅਸੀਂ ਇੱਕ ਸੁਤੰਤਰ ਤੇ ਵਿਗਿਆਨ ਸੰਮਤ ਵਿਸ਼ੇ ਦੇ ਰੂਪ ਵਿੱਚ ਜਿਹੜਾ ਇਹ ਫੈਲ ਗਿਆ। ਇਸ ਦਾ ਅਧਿਐਨ ਆ ਜਿਹੜਾ ਮਨੋਵਿਗਿਆਨ ਨਾਂ ਨਾਲ ਹੋਣ ਲੱਗਾ, ਤਾਂ ਇਹਨੂੰ ਇੱਕ ਸੈਪਰੇਟ ਵਿਸ਼ਾ ਮੰਨਿਆ ਜਾਣ ਲੱਗਿਆ ਜਿਹਨੂੰ ਮਨੋਵਿਗਿਆਨ ਕਿਹਾ ਗਿਆ। ਇਸ ਤਰ੍ਹਾਂ ਨਾਲ ਦਰਸ਼ਨ ਸ਼ਾਸਤਰ ਨੂੰ ਹੀ ਨਿਸ਼ਚਿਤ ਰੂਪ ਨਾਲ ਮਨੋਵਿਗਿਆਨ ਦਾ ਜਨਮਦਾਤਾ ਅਖਵਾਉਣ ਦਾ ਗੌਰਵ ਪ੍ਰਾਪਤ ਹੈ। ਤਾਂ ਇੱਥੋਂ ਇਹਦਾ ਓਰੀਜਨ ਆ ਜਿਹੜਾ ਮਨੋਵਿਗਿਆਨ ਦਾ ਹੋਇਆ ਹੈ ਫਿਲਾਸਫੀ ਤੋਂ। ਦਰਸ਼ਨ ਸ਼ਾਸਤਰ ਦੇ ਦਾਇਰੇ 'ਚੋਂ ਨਿਕਲ ਕੇ ਵਿਗਿਆਨ ਸੰਮਤ ਬਣਨ ਤੋਂ ਬਾਅਦ ਵੀ ਜਿਹੜਾ ਮਨੋਵਿਗਿਆਨ ਆ ਉਸ ਨੂੰ ਕਾਫੀ ਲੰਬੇ ਸੰਘਰਸ਼ ਵਿੱਚੋਂ ਲੰਘਣਾ ਪਿਆ। ਅੱਜ ਦੀ ਜਿਹੜੀ ਇਹਦੀ ਪਪੂਲੈਰਿਟੀ ਆ ਉਸ ਨੂੰ ਹਾਸਲ ਕਰਨ ਲਈ ਬਹੁਤ ਸਾਰੀ ਇਸ ਨੇ ਯਾਤਰਾ ਕੀਤੀ ਆ। ਇਸ ਦੇ ਅਰਥ ਵੀ ਬਦਲੇ ਗਏ ਨੇ। ਬਹੁਤ ਸਾਰੇ ਜਿਹੜੇ ਮਨੋਵਿਗਿਆਨੀ ਨੇ ਉਹਨਾਂ ਨੇ ਇਸ ਦੇ ਸਰੂਪ ਨੂੰ ਵੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਸਾਰੇ ਪਰਿਵਰਤਨ ਹੋਏ ਨੇ ਇਸ ਦੇ ਵਿੱਚ। ਤਾਂ ਇਹਨਾਂ ਪਰਿਵਰਤਨਾਂ ਨੂੰ ਅੱਗੇ ਅਸੀਂ ਵਰਣਨ ਕਰਾਂਗੇ ਡਿਟੇਲ ਵਾਈਜ਼। ਪਹਿਲਾਂ ਸ਼ਾਬਦਿਕ ਅਰਥ ਦੇਖਦੇ ਹਾਂ ਅਸੀਂ ਮਨੋਵਿਗਿਆਨ ਦਾ। ਜਿਹੜਾ ਸਾਈਕੋਲੋਜੀ ਸ਼ਬਦ ਆ, ਦੋ ਸ਼ਬਦਾਂ ਸਾਈਕੇ ਤੇ ਲੋਗੋਸ, ਇਹ ਕਾਮਨ ਇਹਦਾ ਮੀਨਿੰਗ ਆ ਜਿਹੜਾ ਕਿ ਤੁਹਾਨੂੰ ਹਰੇਕ ਬੁੱਕ ਦੇ ਵਿੱਚ ਮਿਲੂਗਾ। ਸਾਈਕੇ ਤੇ ਲੋਗੋਸ ਤੋਂ ਮਿਲ ਕੇ ਬਣਿਆ ਇਹ ਦੋ ਸ਼ਬਦਾਂ ਤੋਂ। ਜਿਹੜਾ ਮਨੋਵਿਗਿਆਨ ਸ਼ਬਦ ਆ
ਆਂਗਲ ਭਾਸ਼ਾ ਦੇ ਸ਼ਬਦ ਸਾਈਕੋਲੋਜੀ ਦਾ ਹਿੰਦੀ ਰੂਪਾਂਤਰ ਆ। ਗ੍ਰੀਕ ਭਾਸ਼ਾ ਦੇ ਦੋ ਸ਼ਬਦ ਸਾਈਕੀ ਤੇ ਲੌਗਸ ਨਾਲ ਮਿਲ ਕੇ ਬਣਿਆ। ਲੌਗਸ ਦਾ ਅਰਥ ਹੈ ਵਿਚਾਰ ਕਰਨਾ, ਅਧਿਐਨ ਕਰਨਾ, ਤੇ ਸਾਈਕੀ ਦਾ ਅਰਥ ਹੈ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਰੂਪ, ਜਿਵੇਂ ਆਤਮਾ, ਮਨ ਤੇ ਮਨ ਆਦਿ ਦੇ ਰੂਪ ਵਿੱਚ ਲਗਾਇਆ ਜਾਂਦਾ ਰਿਹਾ ਹੈ। ਤਾਂ ਮਨੋਵਿਗਿਆਨ ਦੋ ਸ਼ਬਦਾਂ ਦੇ ਸੁਮੇਲ ਸਾਈਕੇ ਤੇ ਲੌਗਸ, ਜਿਹਦਾ ਸਾਈਕੇ ਦਾ ਸ਼ਾਬਦਿਕ ਅਰਥ ਅਸੀਂ ਲਵਾਂਗੇ ਆਤਮਾ, ਲੌਗਸ ਦਾ ਲਵਾਂਗੇ ਗੱਲਬਾਤ। ਆਤਮਾ ਦੀ ਗੱਲਬਾਤ ਜਿਹੜਾ ਕਰਦਾ ਹੈ ਉਸ ਨੂੰ ਸਾਈਕੋਲੋਜੀ ਬੋਲਦੇ ਨੇ। ਤਾਂ ਸਾਈਕੇ ਤੇ ਲੌਗਸ ਤੋਂ ਬਾਅਦ ਇਹਨੂੰ ਮਨੋਵਿਗਿਆਨੀਆਂ ਨੇ ਆਤਮਾ ਸੰਬੰਧੀ ਗੱਲਬਾਤ ਮੰਨਿਆ। ਇਸ ਮਗਰੋਂ ਇਹ ਅਨੁਭਵ ਕੀਤਾ ਗਿਆ ਕਿ ਮਨੋਵਿਗਿਆਨ ਨੂੰ ਜੇਕਰ ਆਤਮਾ ਨਾਲ ਸੰਬੰਧਿਤ ਗੱਲਬਾਤ ਦੀ ਥਾਂ ਆਤਮਿਕ ਵਿਗਿਆਨ ਕਿਹਾ ਜਾਵੇ ਤਾਂ ਵਧੇਰੇ ਠੀਕ ਹੋਵੇਗਾ, ਕਿਉਂਕਿ ਵਿਗਿਆਨ ਗੱਲਬਾਤ ਦੀ ਬਜਾਏ ਵਧੇਰੇ ਪ੍ਰਣਾਲੀਬੱਧ ਤੇ ਪੂਰਨ ਹੁੰਦਾ ਏ। ਮਨੋਵਿਗਿਆਨ ਦੀਆਂ ਜਿਹੜੀਆਂ ਵੱਖ-ਵੱਖ ਆਉਣ ਵਾਲੀਆਂ ਪਰਿਭਾਸ਼ਾਵਾਂ ਸੀਗੀਆਂ ਉਹਨਾਂ ਨੂੰ 4 ਹਿੱਸਿਆਂ ਦੇ ਵਿੱਚ ਅਸੀਂ ਵੰਡ ਕੇ ਗੱਲ ਕਰਾਂਗੇ। ਕੁਝ ਮਹਾਨ ਦਾਰਸ਼ਨਿਕਾਂ ਦੀਆਂ ਜਿਹੜੀਆਂ ਮਨੋਵਿਗਿਆਨੀਆਂ ਦੀਆਂ ਜਿਹੜੀਆਂ ਪਰਿਭਾਸ਼ਾਵਾਂ ਨੇ ਉਹ ਇਸ ਤਰ੍ਹਾਂ ਨੇ। ਸਾਈਕੋਲੋਜੀ ਇਜ਼ ਦਾ ਪੋਜ਼ਿਟਿਵ ਸਾਇੰਸ ਆਫ ਬਿਹੇਵੀਅਰ, ਸਾਈਕੋਲੋਜੀ ਇਜ਼ ਦਾ ਸਾਇੰਸ ਆਫ ਹਿਊਮਨ ਨੇਚਰ, ਸਾਈਕੋਲੋਜੀ ਕੈਨ ਬੀ ਡਿਫਾਈਨਡ ਐਜ਼ ਦਾ ਸਾਇੰਸ ਆਫ for the activities of the individual in relation of environment. Psychology is the science of behavior and experiences. Psychology is the study of human behavior and human relationships. Psychology is the positive science of conduct and behavior. ਇਹ ਸਾਰੀਆਂ ਪਰਿਭਾਸ਼ਾਵਾਂ ਨੇ ਜਿਹੜੀਆਂ ਇਹਨਾਂ ਦੇ ਆਧਾਰ 'ਤੇ ਸਪਸ਼ਟ ਕੀਤਾ ਜਾ ਸਕਦਾ ਹੈ ਕਿ ਮਨੋਵਿਗਿਆਨ ਇੱਕ ਅਜਿਹਾ ਵਿਗਿਆਨ ਹੈ ਜਿਹੜਾ ਵਿਗਿਆਨ ਨੂੰ ਤਾਂ ਮੰਨਦਾ ਹੈ ਪਰੰਤੂ ਮਨੁੱਖੀ ਭਾਵਨਾਵਾਂ ਤੇ ਸੰਵੇਗਾਂ ਨੂੰ ਪਹਿਲ ਦਿੰਦਾ ਹੈ। ਮਨੋਵਿਗਿਆਨ ਆਤਮਾ ਤੋਂ ਲੈ ਕੇ ਮਨੁੱਖੀ ਰਵੱਈਏ ਤੱਕ ਪਹੁੰਚ ਕਰਦਾ ਹੋਇਆ ਮਨੁੱਖ ਨੂੰ ਪੂਰੀ ਤਰ੍ਹਾਂ ਜਾਣਦਾ ਹੈ। ਹੁਣ ਇਹਦੀਆਂ 4 ਅਵਸਥਾਵਾਂ ਦੀ ਗੱਲ ਕਰਾਂਗੇ ਅਸੀਂ। ਫਸਟ ਸਟੇਜ ਕੀ ਆ? ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਆ ਮਨੋਵਿਗਿਆਨ ਨੂੰ ਆਤਮਾ ਦਾ ਅਧਿਐਨ ਕਰਨ ਵਾਲੇ ਵਿਸ਼ੇ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ। ਸਟੱਡੀ ਆਫ ਦਾ ਸੋਲ, ਕਿਉਂਕਿ ਦਰਸ਼ਨ ਸ਼ਾਸਤਰ ਚੋਂ ਨਿਕਲਿਆ ਸੀ ਇਹ ਵਿਸ਼ਾ, ਤਾਂ ਦਰਸ਼ਨ ਸ਼ਾਸਤਰ ਨਾਲ ਇਸ ਦੇ ਨਜ਼ਦੀਕੀ ਸੰਬੰਧ ਕਾਰਨ ਹੀ ਇਸ ਨੂੰ ਆਤਮਾ ਦਾ ਮਾਨਵ ਜੀਵਨ ਦਾ ਵਾਸਤਵਿਕ ਆਧਾਰ ਮੰਨ ਕੇ ਇਸ ਦੇ ਅਧਿਐਨ ਤੇ ਉਸ ਸਮੇਂ ਦੇ ਮਨੋਵਿਗਿਆਨ ਵਿੱਚ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਰਿਹਾ। ਪਰੰਤੂ ਹੌਲੀ ਹੌਲੀ ਇਸ ਜਿਹੜਾ ਮੀਨਿੰਗ ਹੈ ਇਸ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ। ਆਤਮਾ ਕੀ ਹੈ, ਇਸ ਦਾ ਸਰੂਪ ਕੀ ਹੈ, ਇਹ ਕਿੱਥੇ ਰਹਿੰਦੀ ਆ, ਇਸ ਦਾ ਅਧਿਐਨ ਕਿਵੇਂ ਸੰਭਵ ਹੈ, ਇਸ ਤਰ੍ਹਾਂ ਦੀਆਂ ਸ਼ੰਕਾਵਾਂ ਸੀਗੀਆਂ ਜਿਹੜੀਆਂ ਉਹਨਾਂ 'ਤੇ ਇਤਰਾਜ਼ ਉੱਠਣ ਨਾਲ ਮਨੋਵਿਗਿਆਨਕ ਆ ਜਿਹੜਾ ਉਸ ਨੂੰ ਕਿਸੇ ਦੂਸਰੇ ਅਰਥ ਦੀ ਖੋਜ ਕਰਨੀ ਪਈ। ਦੂਸਰੀ ਅਵਸਥਾ ਕੀ ਆ? ਦੂਸਰੀ ਅਵਸਥਾ ਦੇ ਵਿੱਚ ਮਨੋਵਿਗਿਆਨ ਆ ਜਿਹੜਾ ਇਸ ਦੀ ਪਰਿਭਾਸ਼ਾ ਦੇ ਅਨੁਸਾਰ ਸਾਈਕੇ ਤੇ ਮਾਈਂਡ ਦੀ ਜਿਹੜੀ ਸਟੱਡੀ ਆ ਉਹ ਲਿਆ ਗਿਆ, ਸਟੱਡੀ ਆਫ ਮਾਈਂਡ ਔਰ ਸਾਇੰਸ ਆਫ ਮਾਈਂਡ। ਦੂਜੇ ਅਰਥ ਵਿੱਚ ਇਸ ਨੂੰ ਸਟੱਡੀ ਆਫ ਮਾਈਂਡ ਤੇ ਸਾਇੰਸ ਆਫ ਮਾਈਂਡ ਕਿਹਾ ਜਾਣ ਲੱਗਿਆ। ਇਸ ਅਰਥ ਦੇ ਸੰਬੰਧ ਵਿੱਚ ਜਿਹੜਾ ਮਨੋਵਿਗਿਆਨ ਸ਼ਬਦ ਆ ਉਸ ਦਾ ਸੰਧੀ ਵਿਸ਼ੇਦ ਰੂਪ ਕਰ ਦਿੱਤਾ ਗਿਆ। ਮਨ ਦਾ ਵਿਗਿਆਨ ਕਾਫੀ ਮੇਲ ਖਾਂਦਾ ਸੀ, ਇਸ ਦਾ ਪ੍ਰਚਲਨ ਕਾਫੀ ਸਮੇਂ ਤੱਕ ਰਿਹਾ, ਇਹੀ ਅਰਥ ਚੱਲਦਾ ਰਿਹਾ। ਪਰ ਫਿਰ ਵੀ ਸਮਾਂ ਬੀਤਦਾ ਗਿਆ, ਇਸ ਪਰਿਭਾਸ਼ਾ ਨੂੰ ਵੀ ਉਸੇ ਤਰ੍ਹਾਂ ਇਤਰਾਜ਼ਾਂ ਤੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਜਿਵੇਂ ਪਹਿਲੀ ਪਰਿਭਾਸ਼ਾ ਆਤਮਾ ਦਾ ਅਧਿਐਨ ਕਰਨ ਵਾਲਾ ਵਿਸ਼ਾ ਨਾਲ ਹੋਇਆ ਸੀ, ਉਹੀ ਹਸ਼ਰ ਆ ਜਿਹੜਾ ਇਸ ਮੀਨਿੰਗ ਨਾਲ ਹੋਇਆ। ਇਹ ਸਾਰਾ ਜਿਹੜਾ ਮਨ ਸ਼ਬਦ ਆ ਕਹਿੰਦੇ ਰਹੱਸ ਤੇ ਅਸਪਸ਼ਟਤਾ ਨਾਲ ਘਿਰਿਆ ਹੋਇਆ। ਇਸ ਲਈ ਜਿਹੜੀ ਇਸ ਵਿਸ਼ੇ ਵਾਸਤੇ ਨਵੀਂ ਪਰਿਭਾਸ਼ਾ ਦੀ ਖੋਜ ਆ ਜਿਹੜੀ ਉਹ ਸ਼ੁਰੂ ਹੋ ਗਈ। ਫਿਰ ਇਸ ਦੀ ਤੀਸਰੀ ਅਵਸਥਾ ਆਈ। ਤੀਸਰੀ ਅਵਸਥਾ ਦੇ ਵਿੱਚ ਕੀ ਹੋਇਆ? ਮਨੋਵਿਗਿਆਨ ਦੀ ਪਰਿਭਾਸ਼ਾ ਜਿਹੜੀ ਤੀਜੇ ਪੱਧਰ ਤੇ ਆ ਕੇ ਇਸ ਨੇ ਆਤਮਾ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ ਮਨ, ਤੀਜੇ ਨੰਬਰ ਤੇ ਕੀ ਹੋਇਆ? ਚੇਤਨਾ, ਕੌਨਸ਼ੀਅਸਨੈਸ। ਤਾਂ ਇਸ ਨੂੰ ਸਾਇੰਸ ਆਫ ਕੌਨਸ਼ੀਅਸਨੈਸ ਮੰਨਿਆ ਜਾਣ ਲੱਗਿਆ, ਸਟੱਡੀ ਆਫ ਕੌਨਸ਼ੀਅਸ ਬਿਹੇਵੀਅਰ ਮੰਨਿਆ ਜਾਣ ਲੱਗਿਆ। ਤੇ ਇਹਦੇ ਅੱਗੇ ਸਟੱਡੀਜ਼ ਜਿਹੜੀ ਹੋਣੀ ਸ਼ੁਰੂ ਹੋ ਗਈ। ਇਸ ਸੰਦਰਭ ਵਿੱਚ ਵਿਲੀਅਮ ਜੇਮਜ਼ ਨੇ 1890 ਵਿੱਚ ਪ੍ਰਕਾਸ਼ਿਤ ਆਪਣੀ ਪੁਸਤਕ ਮਨੋਵਿਗਿਆਨ ਦੇ ਸਿਧਾਂਤਾਂ ਵਿੱਚ ਇਸ ਦੀ ਗੱਲ ਸ਼ੁਰੂ ਕੀਤੀ ਸੀਗੀ। ਤੇ ਉਸ ਦੇ ਚੇਲੇ ਨੇ
ਸਮਰਥਨ ਦੇ ਕੇ ਅੱਗੇ ਇਸ ਨੂੰ ਜਿਹੜਾ ਇਹ ਵਧਾਇਆ, ਜਾਂ ਇਹ ਕਹਿ ਲਓ ਕਿ ਇਸ ਨੂੰ ਸਥਾਪਿਤ ਕੀਤਾ। ਇਸ ਦੇ ਸ਼ਾਗਿਰਦ ਦਾ ਨਾਮ ਸੀ ਐਡਵਰਡ ਬੈਡਫੋਰਡ ਟਿਚਨਰ। ਤਾਂ ਇਸ ਨੇ ਜਿਹੜਾ ਇਸ ਪਰਿਭਾਸ਼ਾ ਨੂੰ ਅੱਗੇ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਵਿਗਿਆਨਿਕਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਨੋਵਿਗਿਆਨ ਦਾ ਕੰਮ ਚੇਤਨਾ ਦੀ ਅਵਸਥਾ ਦਾ ਵਰਣਨ ਤੇ ਵਿਆਖਿਆ ਕਰਨਾ ਹੈ, ਸਟੇਟ ਆਫ ਕੌਨਸ਼ੀਅਸਨੈਸ। ਆਪਣੇ ਇਸ ਕੰਮ ਨੂੰ ਕਰਨ ਵਿੱਚ ਮਨੋਵਿਗਿਆਨ ਵਧੇਰੇ ਜਿਸ ਵਿਧੀ ਨੂੰ ਕੰਮ ਵਿੱਚ ਲਿਆਉਂਦਾ ਉਸ ਨੂੰ ਅੰਤਰਦਰਸ਼ਨ ਵਿਧੀ, ਮੈਥਡ ਆਫ ਇੰਟਰੋਸਪੈਕਸ਼ਨ ਅਰਥਾਤ ਆਪਣੇ ਅੰਦਰ ਝਾਕਣ ਦੀ ਪ੍ਰਕਿਰਿਆ ਕਹਿੰਦੇ ਨੇ। ਮਨੋਵਿਗਿਆਨ ਨੂੰ ਚੇਤਨਾ ਦੀਆਂ ਅਵਸਥਾਵਾਂ ਜਾਂ ਵਿਵਹਾਰ ਦਾ ਅਧਿਐਨ ਕਰਨ ਵਾਲੇ ਵਿਸ਼ੇ ਦੇ ਰੂਪ ਵਿੱਚ ਪਰਿਭਾਸ਼ਿਤ ਕਰਨ ਵਾਲੀ ਇਹ ਪਰਿਭਾਸ਼ਾ ਵੀ ਆਪਣੇ ਨਿਹਿਤ ਦੋਸ਼ਾਂ ਦੇ ਕਾਰਨ ਜ਼ਿਆਦਾ ਦਿਨ ਤੱਕ ਨਹੀਂ ਚੱਲ ਸਕੀ ਤੇ ਇਸ ਨੂੰ ਵੀ ਅੱਗੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਅੱਗੇ ਅਸੀਂ ਤਾਂ ਇੱਥੇ ਕੌਨਸ਼ੀਅਸ ਬਿਹੇਵੀਅਰ ਤੇ ਅਨਕੌਨਸ਼ੀਅਸ ਸੈਮੀ ਕੌਨਸ਼ੀਅਸ ਬਿਹੇਵੀਅਰ ਆ ਜਿਹੜਾ, ਇਸ ਦੀ ਗੱਲ ਕੀਤੀ ਗਈ ਆ ਕਿ ਇੱਥੇ ਜਿਹੜਾ ਥਰਡ ਸਟੇਜ ਸੀਗੀ ਜਿਹੜੀ ਇਹਦੇ ਵਿੱਚ ਕੌਨਸ਼ੀਅਸ ਬਿਹੇਵੀਅਰ ਆ ਜਿਹੜਾ ਉਸ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਗਿਆ। ਜਿਹੜਾ ਅਨਕੌਨਸ਼ੀਅਸ ਤੇ ਸੈਮੀ ਕੌਨਸ਼ੀਅਸ ਬਿਹੇਵੀਅਰ ਆ ਇਸ ਦੀ ਪੂਰੀ ਤਰ੍ਹਾਂ ਨਾਲ ਉਲੰਘਣਾ ਕੀਤੀ ਗਈ। ਅਸੀਂ ਜਾਣਦੇ ਹਾਂ ਕਿ ਜਿਹੜਾ ਸਿਗਮੰਡ ਫਰਾਇਡ ਨੇ ਇਸ ਰਹੱਸ ਦਾ ਉਦਘਾਟਨ ਕੀਤਾ ਸੀ ਕਿ ਚੇਤਨ ਵਿਵਹਾਰ ਤਾਂ ਸਾਡੇ ਸੰਪੂਰਨ ਵਿਵਹਾਰ ਦਾ ਕੇਵਲ 1/10 ਭਾਗ ਹੀ ਹੈ। ਜੇਕਰ ਅਸੀਂ ਇਸ ਨੂੰ ਹੀ ਮਨੋਵਿਗਿਆਨ ਮੰਨ ਕੇ ਚੇਤਨ ਵਿਵਹਾਰ ਦਾ ਅਧਿਐਨ ਕਰੀਏ ਤਾਂ ਇਹ ਗਲਤ ਗੱਲ ਹੋਏਗੀ, ਕਿਉਂਕਿ ਅਨਕੌਨਸ਼ੀਅਸ ਤੇ ਸੈਮੀ ਕੌਨਸ਼ੀਅਸ ਜਿਹੜਾ ਬਿਹੇਵੀਅਰ ਆ ਉਹ ਵੀ ਇੱਥੇ ਬਹੁਤ ਜ਼ਿਆਦਾ ਇੰਪੋਰਟੈਂਟ ਆ, ਜਿਹਦੀ ਕਿ ਇੱਥੇ ਗੱਲ ਨਹੀਂ ਕੀਤੀ ਗਈ ਸੀ। ਚੇਤਨ ਅਵਸਥਾ ਹੈ ਜਿਹੜੀ, ਚੇਤਨ ਅਵਸਥਾ ਦੇ ਅਧਿਐਨ ਵਿੱਚ ਕੇਵਲ ਮਨੁੱਖੀ ਵਿਵਹਾਰ ਦੇ ਅਧਿਐਨ ਤੇ ਇਸ ਪਰਿਭਾਸ਼ਾ ਨਾਲ ਜੁੜੇ ਹੋਏ ਮਨੋਵਿਗਿਆਨਕਾਂ ਦੁਆਰਾ ਜ਼ੋਰ ਦਿੱਤਾ ਗਿਆ। ਫਲਸਰੂਪ ਜੀਵ ਜੰਤੂ ਤੇ ਹੋਰ ਸਜੀਵ ਪ੍ਰਾਣੀਆਂ ਦੇ ਵਿਵਹਾਰ ਦੇ ਅਧਿਐਨ ਨੂੰ ਵੀ ਇਸ ਪਰਿਭਾਸ਼ਾ ਵਿੱਚ ਕੋਈ ਥਾਂ ਮਿਲਣੀ ਇਸ ਦੀ ਆਲੋਚਨਾਵਾਂ ਦਾ ਮੁੱਖ ਕਾਰਨ ਬਣਿਆ। ਇਸ ਤੋਂ ਬਿਨਾਂ ਹੋਰ ਕੀ ਕਹਿ ਸਕਦੇ ਹਾਂ ਅਸੀਂ, ਇਸ ਪਰਿਭਾਸ਼ਾ ਦੀ ਆਲੋਚਨਾ ਦਾ ਤੀਜਾ ਵੱਡਾ ਕਾਰਨ ਚੇਤਨ ਵਿਵਹਾਰ ਦਾ ਅਧਿਐਨ ਵਿੱਚ ਕੰਮ 'ਚ ਲਿਆਈ ਜਾਣ ਵਾਲੀ ਅੰਤਰਦਰਸ਼ਨ ਵਿਧੀ, ਇਹਦੀ ਆਲੋਚਨਾ ਹੋਈ ਆ। ਆਪਣੇ ਅੰਦਰ ਝਾਕ ਕੇ ਆਪਣੇ ਅਨੁਭਵਾਂ ਤੇ ਚੇਤਨ ਵਿਵਹਾਰ ਦਾ ਅਧਿਐਨ ਕਰਨਾ ਨਾ ਤਾਂ ਠੀਕ ਤਰ੍ਹਾਂ ਸੰਭਵ ਹੋ ਸਕਦਾ ਹੈ ਤੇ ਨਾ ਹੀ ਇਹ ਕਿਸੇ ਵੀ ਤਰ੍ਹਾਂ ਵਸਤੂਨਿਸ਼ਟ, ਜਾਇਜ਼ ਤੇ ਵਿਸ਼ਵਾਸਯੋਗ ਬਣਾਇਆ ਜਾ ਸਕਦਾ ਹੈ। ਆਪਣੇ ਨਿੱਜੀ ਅਨੁਭਵਾਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਵਰਣਨ ਜਾਂ ਵਿਆਖਿਆ ਕਰ ਸਕਦਾ ਹੈ, ਦੋਸ਼ਾਂ ਨੂੰ ਲੁਕਾ ਕੇ ਗੁਣਾਂ ਨੂੰ ਸਾਹਮਣੇ ਲਿਆ ਸਕਦਾ ਤੇ ਹੁੰਦਾ ਵੀ ਇਸੇ ਤਰ੍ਹਾਂ ਹੀ ਆ। ਇਸ ਤਰ੍ਹਾਂ ਇਹ ਵਿਵਹਾਰ ਆ ਜਿਹੜਾ ਚੇਤਨ ਅਵਸਥਾ ਵਿੱਚ ਕੀਤਾ ਜਾਣ ਵਾਲਾ ਸੀਮਿਤ ਅਧਿਐਨ ਜਿਹੜਾ ਹੈ ਉਹ ਅਵਿਗਿਆਨਿਕ ਮੰਨਿਆ ਗਿਆ ਹੈ, ਬਿਲਕੁਲ ਅਰਥਹੀਣ ਜਿਹੜਾ ਇਹ ਮੰਨਿਆ ਗਿਆ ਹੈ। ਇਸ ਤੋਂ ਬਾਅਦ ਜਿਹੜੀਆਂ ਇਹ ਕਮੀਆਂ ਸੀਗੀਆਂ ਇਸ ਨੇ ਇਹ ਪਰਿਭਾਸ਼ਾਵਾਂ ਨੂੰ ਵੀ ਨਖੇੜ ਕੇ ਦੂਜੀ ਪਰਿਭਾਸ਼ਾ ਜਿਹੜੀ ਆ ਉਸ ਦੇ ਵੱਲ ਨੂੰ ਰੁਖ ਕਰਨਾ ਸ਼ੁਰੂ ਕਰ ਦਿੱਤਾ। ਚੌਥੀ ਅਵਸਥਾ ਦੇ ਵਿੱਚ 19ਵੀਂ ਸਦੀ ਦੇ ਆਰੰਭ ਵਿੱਚ ਇਸ ਪਰਿਭਾਸ਼ਾ ਦਾ ਵਿਕਾਸ ਹੋਇਆ। ਚੌਥੀ ਅਵਸਥਾ ਦੇ ਵਿੱਚ ਵਿਗਿਆਨ ਦਾ ਪ੍ਰਭਾਵ ਆ ਜਿਹੜਾ ਜਨਮਾਨਸ ਤੇ ਉਸ ਦੀਆਂ ਕਿਰਿਆਵਾਂ ਤੇ ਸਪਸ਼ਟ ਰੂਪ ਨਾਲ ਪੈਣ ਲੱਗਿਆ। ਮੀਨਜ਼ ਜਿਹੜੀ ਸਾਇੰਸ ਆ ਉਸਨੇ ਕਾਫੀ ਜ਼ਿਆਦਾ ਆਪਣੀ ਡਿਵੈਲਪਮੈਂਟ ਕਰ ਲਈ। ਇਸ ਦੇ ਫਲਸਰੂਪ ਮਨੋਵਿਗਿਆਨ ਨੂੰ ਵਿਵਹਾਰ ਦੇ ਵਿਗਿਆਨ ਦੇ ਰੂਪ ਵਿੱਚੋਂ ਪ੍ਰਭਾਸ਼ਿਤ ਕੀਤੇ ਜਾਣ ਦੇ ਯਤਨ ਸ਼ੁਰੂ ਹੋ ਗਏ। ਸਾਇੰਸ ਆਫ ਬਿਹੇਵੀਅਰ ਕਿਹਾ ਜਾਣ ਲੱਗਿਆ ਇੱਥੇ ਹੁਣ। ਤਾਂ ਇੱਥੇ ਵਿਲੀਅਮ ਮੈਕਡੂਗਲ ਨੇ ਜਿਹੜਾ ਇਸ ਦਾ ਵਰਣਨ ਸਭ ਤੋਂ ਪਹਿਲਾਂ ਕੀਤਾ। 1905 ਵਿੱਚ ਉਹਨਾਂ ਨੇ ਆਪਣੀ ਪੁਸਤਕ ਸਰੀਰਕ ਮਨੋਵਿਗਿਆਨ ਵਿੱਚ ਲਿਖਿਆ ਕਿ ਮਨੋਵਿਗਿਆਨ ਦੀ ਸਭ ਤੋਂ ਚੰਗੀ ਤੇ ਵਿਸਤ੍ਰਿਤ ਪਰਿਭਾਸ਼ਾ ਉਸ ਨੂੰ ਸਜੀਵ ਜੀਵਾਂ ਦੇ ਆਚਰਣ ਤੇ ਸਕਾਰਾਤਮਕ ਵਿਗਿਆਨ ਦੇ ਰੂਪ ਵਿੱਚ ਸਮਝਣ ਦੁਆਰਾ ਦਿੱਤੀ ਜਾ ਸਕਦੀ ਹੈ। ਅੱਗੇ ਜਾ ਕੇ ਇਸ ਨੇ ਸਮਾਜਿਕ ਮਨੋਵਿਗਿਆਨ ਦਾ ਪਰਿਚੈ ਨਾਂ ਦੀ ਪੁਸਤਕ ਦੇ ਵਿੱਚ ਇਸ ਸ਼ਬਦ ਦਾ ਉਲੇਖ ਵੀ ਕੀਤਾ ਤੇ ਇਸ ਪਰਿਭਾਸ਼ਾ ਨੂੰ ਹੋਰ ਮੋਡੀਫਾਈ ਕੀਤਾ ਤੇ ਬਾਅਦ ਵਿੱਚ ਉਸ ਨੇ ਇੱਕ ਹੋਰ ਪੁਸਤਕ ਮਨੋਵਿਗਿਆਨ ਦੀ ਰੂਪਰੇਖਾ ਵਿੱਚ ਇਸ ਨੂੰ ਅੰਤਿਮ ਰੂਪ ਵਿੱਚ ਦਰਸਾਇਆ। ਤਾਂ ਇਸ ਦੀ ਅੰਤਿਮ ਪਰਿਭਾਸ਼ਾ ਜਿਹੜੀ ਦਿੱਤੀ ਗਈ ਹੈ ਕੀ ਸੀਗੀ, ਮਨੋਵਿਗਿਆਨ ਇੱਕ ਵਿਗਿਆਨ ਹੈ ਜਿਸ ਦਾ ਉਦੇਸ਼ ਸਭ ਤਰ੍ਹਾਂ ਨਾਲ ਕਿਸੇ ਪ੍ਰਾਣੀ ਦੇ ਵਿਵਹਾਰ ਨੂੰ ਨਿਯੰਤਰਣ ਕਰਨ ਤੇ ਉਸ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਸਹਾਇਤਾ ਕਰਦਾ ਹੈ। ਸਾਈਕੋਲੋਜੀਕਲ ਇਜ਼ ਅ ਸਾਇੰਸ ਵਿਚ ਏਮਸ ਟੂ ਗਿਵ ਅਸ ਬੈਟਰ ਅੰਡਰਸਟੈਂਡਿੰਗ ਐਂਡ ਕੰਟਰੋਲ ਆਫ ਦਾ ਬਿਹੇਵੀਅਰ ਆਫ ਦਾ ਆਰਗੇਨਿਜ਼ਮ ਐਜ਼ ਹੋਲ। ਤਾਂ ਇਸ ਤਰ੍ਹਾਂ ਨਾਲ ਜਿਹੜੀ ਇਹ ਪਰਿਭਾਸ਼ਾ ਬਣੀ ਆ ਤੇ ਇਹ ਤੋਂ ਬਾਅਦ ਵੀ ਜਿਹੜਾ ਮਨੋਵਿਗਿਆਨੀਆਂ ਦਾ ਜਿਹੜਾ
ਕੰਟਰੋਵਰਸੀ ਉਹ ਚੱਲਦੀ ਰਹੀ ਆ, ਉਤਰਾਅ ਚੜਾਅ ਜਿਹੜੇ ਨੇ ਆਉਂਦੇ ਰਹੇ ਨੇ। ਹਰੇਕ ਮਨੋਵਿਗਿਆਨੀ ਨੇ ਆਪਣੇ ਆਪਣੇ ਤਰੀਕਿਆਂ ਨਾਲ ਜਿਹੜੀ ਆ ਸਾਈਕੋਲੋਜੀ ਦੀ ਪਰਿਭਾਸ਼ਾ ਦੇਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਆ। ਤਾਂ ਬਹੁਤ ਸਾਰੇ ਜਿਹੜੇ ਮਨੋਵਿਗਿਆਨੀ ਨੇ ਉਹਨਾਂ ਨੇ ਇਸ ਨੂੰ ਐਜ਼ ਇਟ ਇਜ਼ ਮੰਨਣ ਦੀ ਕੋਸ਼ਿਸ਼ ਕੀਤੀ ਆ ਜਿਵੇਂ ਹੀ ਇਹ ਸੀਗੀ ਉਸ ਦੇ ਆਲੋਚਨਾਵਾਂ ਦੇ ਨਾਲ ਹੀ। ਤਾਂ ਇਹਨੂੰ ਅਸੀਂ ਇੱਕ ਕਨਕਲੂਜਨ ਦੇ ਤੌਰ ਤੇ ਕਹਿੰਦੇ ਆ ਕਿ ਮਨੋਵਿਗਿਆਨ ਚੇਤਨਾ ਦਾ ਅਧਿਐਨ ਆ, ਜਿਹੜਾ ਸਾਈਕੋਲੋਜੀ ਹੈ ਸਟੱਡੀ ਆਫ ਕੌਨਸ਼ੀਅਸਨੈਸ ਆ। ਅੱਗੇ ਅਸੀਂ ਕਹਾਂਗੇ ਕਿ ਜਿਹੜੀ ਸਾਈਕੋਲੋਜੀ ਆ ਉਹ ਸਟੱਡੀ ਆਫ ਬਿਹੇਵੀਅਰ ਆ। ਇਹਨੂੰ ਤੁਸੀਂ ਧਿਆਨ ਨਾਲ ਜਿਹੜਾ ਇਹ ਪੜ੍ਹ ਸਕਦੇ ਹੋ। ਵੈਸੇ ਇੱਕ ਮੋਟੀ ਜਿਹੀ ਇਹ ਗੱਲ ਯਾਦ ਕਰਨ ਯੋਗੀ ਆ ਕਿ ਸਟੱਡੀ ਪਹਿਲਾਂ ਅਸੀਂ ਕਰ ਚੁੱਕੇ ਅਵਸਥਾਵਾਂ ਦੇ ਵਿੱਚ ਸਾਰਾ, ਤਾਂ ਇਹ ਰਿਪੀਟ ਹੋ ਰਿਹਾ। ਅਸੀਂ ਇੱਕ ਕਨਕਲੂਜਨ ਦੇ ਤੌਰ ਤੇ ਲਿਖ ਰਹੇ ਹਾਂ, ਸਾਈਕੋਲੋਜੀ ਇਜ਼ ਅ ਸਟੱਡੀ ਆਫ ਐਟੀਟਿਊਡ। ਇਹ ਇੱਕ ਨਵੀਂ ਗੱਲ ਆ ਕਿ ਸਾਈਕੋਲੋਜੀ ਹੈ ਜਿਹੜੀ ਉਹ ਰਵੱਈਏ ਦਾ ਵਿਗਿਆਨ ਆ। ਤਾਂ ਰਵੱਈਏ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਮਨੋਵਿਗਿਆਨੀਆਂ ਦੁਆਰਾ। ਲੇਟੈਸਟ ਜਿਹੜਾ ਅਸੀਂ ਕਹਿ ਸਕਦੇ ਹਾਂ, ਪਰ ਅਜੇ ਵੀ ਇਹ ਜਿਹੜਾ ਬਹੁਤ ਜ਼ਿਆਦਾ ਪਰਿਭਾਸ਼ਾ ਹੈ ਜਿਹੜੀ ਪਾਵਰਫੁਲ ਨਹੀਂ ਹੈ ਕਿ ਅਸੀਂ ਫਾਈਨਲ ਜਿਹੜਾ ਅਸੀਂ ਨਤੀਜੇ 'ਤੇ ਪਹੁੰਚ ਗਏ। ਰਵੱਈਆ ਕੀ ਹੁੰਦਾ? ਹਰ ਰੋਜ਼ ਦੇ ਵਿਵਹਾਰ ਵਿੱਚ ਹੁੰਦਾ ਹੈ ਸਾਡੇ। ਤਾਂ ਰਵੱਈਏ ਤੋਂ ਹੀ ਕਹਿੰਦੇ ਸਮਝਿਆ ਜਾ ਸਕਦਾ ਹੈ ਵਿਅਕਤੀ ਦਾ ਮਨੋਵਿਗਿਆਨ। ਤਾਂ ਇਹ ਪਰਿਭਾਸ਼ਾ ਹੈ ਜਿਹੜੀ ਇਹ ਵੀ ਮਹੱਤਵਪੂਰਨ ਕਹਿ ਸਕਦੇ ਹਾਂ ਅਸੀਂ। ਤਾਂ ਹੁਣ ਤੱਕ ਅਸੀਂ ਸਮਝਿਆ ਕਿ ਸਾਈਕੋਲੋਜੀ ਇਜ਼ ਸਟੱਡੀ ਆਫ ਸੋਲ, ਸਾਈਕੋਲੋਜੀ ਇਜ਼ ਸਟੱਡੀ ਆਫ ਮਾਈਂਡ, ਸਾਈਕੋਲੋਜੀ ਇਜ਼ ਸਟੱਡੀ ਆਫ ਕੌਨਸ਼ੀਅਸਨੈਸ, ਸਾਈਕੋਲੋਜੀ ਇਜ਼ ਸਟੱਡੀ ਆਫ ਬਿਹੇਵੀਅਰ ਐਂਡ ਸਾਈਕੋਲੋਜੀ ਇਜ਼ ਸਟੱਡੀ ਆਫ ਐਟੀਟਿਊਡ। ਤਾਂ ਇਹ 5 ਜਿਹੜੀਆਂ ਸਟੱਡੀਜ਼ ਨੇ ਅਸੀਂ ਕਹਾਂਗੇ ਕਿ ਸਾਈਕੋਲੋਜੀ ਦਾ ਮੀਨਿੰਗ ਆ ਜਿਹੜਾ ਇਹਨਾਂ ਦੇ ਵਿੱਚੋਂ ਹੀ ਨਿਕਲ ਕੇ ਆਇਆ, ਜਾਂ ਸਾਈਕੋਲੋਜੀ ਦੀ ਪਰਿਭਾਸ਼ਾ ਇਹਨਾਂ ਦੇ ਵਿੱਚ ਸਿਮਟੀ ਹੋਈ ਆ। ਤਾਂ ਇਹਨਾਂ ਧਾਰਨਾਵਾਂ 'ਚੋਂ ਸਮੇਂ-ਸਮੇਂ 'ਤੇ ਜਿਹੜੀ ਆਲੋਚਨਾ ਹੁੰਦੀ ਰਹੀ ਆ। ਹੁਣ ਅਸੀਂ ਕਰਾਂਗੇ ਮਨੋਵਿਗਿਆਨ ਦੀ ਨੇਚਰ। ਬਿਲਕੁਲ ਛੋਟਾ ਜਿਹਾ 1 ਮਿੰਟ ਦਾ ਟੌਪਿਕ ਆ। ਨੇਚਰ ਕੀ ਹੁੰਦੀ ਆ ਸਾਰੇ ਜਾਣਦੇ ਨੇ, ਸੁਭਾਅ। ਤਾਂ ਇਹ ਮਨੋਵਿਗਿਆਨ ਦਾ ਕੀ ਸੁਭਾਅ ਹੈ? ਕੁਦਰਤੀ ਵਿਗਿਆਨ ਆ, ਇਹ ਵਿਵਹਾਰਿਕ ਵਿਗਿਆਨ ਆ, ਅਪਲਾਈਡ ਬਿਹੇਵੀਅਰ ਆ, ਮੈਂਟਲ ਪ੍ਰੋਸੈਸ ਕਹਿ ਸਕਦੇ ਆ ਇਹਨੂੰ, ਸਿਸਟਮੈਟਿਕ ਅਪਰੋਚ ਆ ਇਸ ਦਾ ਸੁਭਾਅ, ਪਿਓਰ ਐਂਡ ਅਪਲਾਈਡ ਆਸਪੈਕਟ ਆ, ਕਲੀਅਰ ਐਂਡ ਕਲੀਨ ਆ। ਤਾਂ ਇਸ ਤਰ੍ਹਾਂ ਨਾਲ ਜਿਹੜੇ ਇਹਦੇ ਅਸੀਂ ਨੇਚਰ ਕੀਤੀ ਆ। ਤਾਂ ਇਸ ਤਰ੍ਹਾਂ ਨਾਲ ਜਿਹੜੀ ਸਾਈਕੋਲੋਜੀ ਦਾ ਅਰਥ ਆ ਇਹ ਸਪਸ਼ਟ ਰੂਪ ਦੇ ਵਿੱਚ ਤੁਸੀਂ ਸਮਝਣ ਦੀ ਕੋਸ਼ਿਸ਼ ਕੀਤੀ ਆ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਨਸੈਪਟ ਸਮਝ ਆ ਗਿਆ ਹੋਵੇਗਾ। ਚਾਈਲਡ ਡਿਵੈਲਪਮੈਂਟ ਵਾਲਾ ਜਿਹੜਾ ਟੌਪਿਕ ਆ ਉਹਦੇ ਵਿੱਚ ਅਸੀਂ ਇਹ ਬੇਸ ਦੀ ਇੱਕ ਵੀਡੀਓ ਆ ਕਿ ਜਿਹਦੇ ਤੋਂ ਸ਼ੁਰੂਆਤ ਹੁੰਦੀ ਆ ਤੁਹਾਡੀ, ਤੇ ਇਸ ਨੂੰ ਧਿਆਨ ਨਾਲ ਕਰਨਾ ਹੈ। ਇਸ ਤੋਂ ਬਾਅਦ ਅਸੀਂ ਅੱਗੇ ਹੌਲੀ ਹੌਲੀ ਵਧਾਂਗੇ। ਕੋਸ਼ਿਸ਼ ਆ ਕਿ ਤੁਹਾਨੂੰ ਥੋੜ੍ਹੇ ਦਿਨਾਂ 'ਚ ਸਾਰੇ ਕਨਸੈਪਟ ਕਲੀਅਰ ਕਰਵਾ ਦਾਂ, ਅਤੇ ਉਦੋਂ ਬਾਅਦ ਅਸੀਂ MCQs ਕਰਾਂਗੇ ਨਾਲੋਂ ਨਾਲ। ਜੋ ਵੀ ਟੌਪਿਕ ਜੋ ਵੀ ਪੋਰਸ਼ਨ ਖਤਮ ਹੁੰਦਾ ਹੈ। ਤਾਂ ਬਣੇ ਰਹੋ ਚੈਨਲ ਦੇ ਨਾਲ। ਓਕੇ, ਥੈਂਕਸ।